ਧੰਨ ਵਾਹਿਗੁਰੂ ਜੀਓ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਹੇੜੇ ਮੁਤੀ ਧਾ ਸੇ ਜਾਨੀ ਚਲ ਗਏ। ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ। ਹੇੜੇ ਮੁਤੀ ਧਾ ਸੇ ਜਾਨੀ ਚਲ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਬੜੇ ਸਤਿਕਾਰ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਗੁਰੂ ਸਵਾਰਿਆਂ ਪਾਸੋਂ ਲਾਹਾ ਪ੍ਰਾਪਤ ਕੀਤਾ ਹੈ। ਸ਼ੇਖ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੀ ਜੋ ਲੜੀਵਾਰ ਕਥਾ ਵਿਚਾਰ ਆਪਾਂ ਨਿੱਤਾ ਪ੍ਰਤ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਸੱਜ ਕੇ ਇਸ ਪਾਵਨ ਉਪਦੇਸ਼ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ। ਆਪ ਜੀ ਨੇ 77 ਨੰਬਰ ਸ਼ਲੋਕ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਪਿਛਲੇ ਸ਼ਲੋਕਾਂ ਵਿੱਚ ਜੋ ਖਿਆਲ ਬਾਬਾ ਸ਼ੇਖ ਫਰੀਦ ਸਾਹਿਬ ਜੀ ਨੇ ਪ੍ਰਗਟ ਕੀਤੇ ਹਨ ਕਿ ਮਨੁੱਖ ਦਾ ਜੀਵਨ ਸਕਾਰਥਾ, ਸਫਲਾ, ਲਾਹੇਵੰਦਾ, ਫਾਇਦੇਮੰਦਾ ਤਾਂ ਹੈ ਜੇ ਮਨੁੱਖ ਆਪਣੇ ਉੱਤਮ ਗੁਣਾਂ ਅਤੇ ਉੱਤਮ ਕਰਮਾਂ ਕਰਕੇ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ। ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਮਹਾਰਾਜ ਨੇ ਮਾਝ ਰਾਗ ਦੇ 12 ਮਾਹ ਦੇ ਪਹਿਲੇ ਪਦੇ ਵਿੱਚ ਫਰਮਾਇਆ ਹੈ, ਜਿਸ ਦਾ ਪਾਠ ਕੁਝ ਇਸ ਤਰ੍ਹਾਂ ਹੈ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ। ਮਨੁੱਖ ਆਪਣੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਪ੍ਰਭਾਵ ਸਦਕੇ ਆਪਣੇ ਸਿਰਜਣਹਾਰ ਪਰਮੇਸ਼ਰ ਤੋਂ ਅਗਿਆਨਤਾ ਕਾਰਨ ਵਿਛੜਿਆ ਹੋਇਆ ਹੈ ਤੇ ਬੇਨਤੀ, ਅਰਜ਼ੋਈ, ਤਰਲਾ ਤੇ ਮਿੰਨਤ ਇਹ ਹੈ, ਕਰ ਕਿਰਪਾ ਮਿਹੜੋ ਰਾਮ। ਇਹ ਮੇਰੇ ਸਰਵ ਵਿਆਪੀ ਵਾਹਿਗੁਰੂ ਜੀਓ, ਮਿਹਰ ਕਰਕੇ ਮੈਨੂੰ ਆਪਣੇ ਨਾਲ ਮੇਲ ਲਓ, ਭਾਵੇਂ ਦੂਰੀ ਮਿਟ ਜਾਏ। ਦੂਰੀ ਤਦ ਮਿਟੇਗੀ ਜੇ ਅਗਿਆਨਤਾ ਮਿਟੇਗੀ, ਕਿਉਂਕਿ ਦੂਰੀ ਕੋਈ ਫਿਜ਼ੀਕਲ ਨਹੀਂ ਹੈ ਕਿ ਪੈਰਾਂ ਨਾਲ ਤੁਰ ਕੇ ਦੂਰ ਕਰ ਲਈ ਜਾਏ। ਇਹ ਜਿਹੜੀ ਦੂਰੀ ਹੈ, ਇਹ ਜਿਹੜੀ ਵਿੱਥ ਹੈ, ਇਹ ਅਗਿਆਨਤਾ ਕਾਰਨ ਪਈ ਹੋਈ ਹੈ, ਬੇਸਮਝੀ ਕਾਰਨ ਪਈ ਹੋਈ ਹੈ। ਚਾਰ ਕੁੰਟ ਦਾ ਦਿਸ਼ ਭ੍ਰਮੇ ਥੱਕ ਆਏ ਪ੍ਰਭ ਕੀ ਸਾਮ। ਸਾਮ ਦਾ ਮਤਲਬ ਹੁੰਦਾ ਹੈ ਸ਼ਰਨ। ਮੈਂ ਭਟਕ ਕੇ ਹਰ ਪਾਸੇ ਤੋਂ ਤੁਹਾਡੀ ਸ਼ਰਨ ਆਇਆ ਹਾਂ। ਫਿਰ ਬੜੀਆਂ ਪਿਆਰੀਆਂ ਬਾ ਕਮਾਲ ਉਦਾਹਰਨਾਂ ਦਿੱਤੀਆਂ ਨੇ। ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ। ਧੇਨ ਕਹਿੰਦੇ ਹਨ ਗਊ ਨੂੰ। ਕਿਸੇ ਮਨੁੱਖ ਨੇ ਇਸ ਕਰਕੇ ਪਸ਼ੂ ਨੂੰ, ਗਾਂ ਨੂੰ ਪਾਲਿਆ ਹੈ ਵੀ ਉਹਨੂੰ ਦੁੱਧ ਦੀ ਪ੍ਰਾਪਤੀ ਹੋਏ। ਇਹ ਉਹਦਾ ਪੇਸ਼ਾ ਕਹਿ ਲਓ, ਕਿੱਤਾ ਕਹਿ ਲਓ, ਲੋੜ ਕਹਿ ਲਓ। ਪਰ ਜੇ ਉਹ ਗਊ ਦੁੱਧ ਨਹੀਂ ਦਿੰਦੀ, ਉਹ ਪੱਠੇ ਵੀ ਪਾਉਂਦਾ ਹੈ, ਉਹਦੀ ਸੰਭਾਲ ਵੀ ਕਰਦਾ ਹੈ, ਉਹਦੇ ਤੇ ਖਰਚਾ ਵੀ ਕਰਦਾ ਹੈ। ਜੋ ਖੁਰਾਕ ਇੱਕ ਦੁੱਧ ਵਾਲੇ ਪਸ਼ੂ ਨੂੰ ਚਾਹੀਦੀ, ਉਹ ਸਾਰੀ ਖੁਰਾਕ ਦਿੰਦਾ। ਪਰ ਸਾਰਾ ਖਰਚਾ ਮਿਹਨਤ ਕਰਨ ਤੋਂ ਬਾਅਦ ਵੀ ਜੇ ਉਸ ਨੂੰ ਦੁੱਧ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਉਹਦੇ ਵਾਸਤੇ ਉਹ ਪਸ਼ੂ ਬੇਫਾਇਦਾ ਹੀ ਹੋਇਆ ਨਾ। ਉਹਦੇ ਵਾਸਤੇ ਤਾਂ ਉਹਦਾ ਕੋਈ ਲਾਭ ਨਹੀਂ ਨਾ। ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੇ ਕਾਮ।
ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਸ਼ਾਖ ਕਹਿੰਦੇ ਹਨ ਸ਼ਾਖਾ ਨੂੰ, ਹਰਿਆਲੀ ਨੂੰ, ਫਸਲ ਨੂੰ। ਜਿਹੜੀ ਫਸਲ ਹੈ ਕਿਸਾਨ ਨੇ ਇਸ ਕਰਕੇ ਬੀਜੀ ਹੈ ਵੀ ਉਹਦੇ ਤੋਂ ਉਸ ਨੂੰ ਅੰਨ ਅਨਾਜ ਦੀ ਪ੍ਰਾਪਤੀ ਹੋਵੇ। ਉਸ ਫਸਲ ਨੂੰ ਮੌਕੇ ਸਿਰ ਪਾਣੀ ਨਾ ਮਿਲੇ ਤਾਂ ਉਹ ਫਸਲ ਸੁੱਕ ਜਾਂਦੀ ਹੈ, ਕੁਮਲਾ ਜਾਂਦੀ ਹੈ, ਸੜ ਜਾਂਦੀ ਹੈ। ਜਦੋਂ ਫਸਲ ਹੀ ਸੜ ਗਈ ਤੇ ਉਸ ਤੋਂ ਕੋਈ ਦਾਮ ਪ੍ਰਾਪਤੀ ਨਹੀਂ ਹੋਏਗੀ। ਧੇਨ ਦੁੱਧ ਹੈ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਬਿਨ ਸ਼ਾਖ ਕੁਮਲਾਵਤੀ ਉਪਜੈ ਨਾਹੀ ਦਾਮ। ਇਸੇ ਤਰ੍ਹਾਂ ਫਰਮਾਇਆ, ਹਰਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਬਿਸਰਾਮ। ਸੱਚ ਤੋਂ ਜਾਗੀ ਹੋਈ ਜੀਵਨ ਅਵਸਥਾ ਤੋਂ ਬਿਨਾਂ ਵੀ ਮਨੁੱਖ ਦਾ ਜੀਵਨ ਉਸ ਗਊ ਵਰਗਾ ਹੈ ਜਿਹੜਾ ਖਰਚਾ ਤੇ ਬਹੁਤ ਕਰਦਾ ਹੈ, ਜਿਸ ਦੀ ਸਾਂਭ ਸੰਭਾਲ ਦੀ ਮਿਹਨਤ, ਦੌੜ ਭੱਜ, ਕੋਸ਼ਿਸ਼, ਯਤਨ, ਤਰੱਦਦ ਤੇ ਬਹੁਤ ਨੇ, ਪਰ ਇਹਦੇ ਜੀਵਨ 'ਚੋਂ ਕਿਸੇ ਸੱਚਾਈ ਦੀ, ਚੰਗਿਆਈ ਦੀ, ਭਲਾਈ ਦੀ ਉਮੀਦ ਤੇ ਤਵੱਕੋ ਕੋਈ ਨਹੀਂ। ਮਨੁੱਖ ਆਪਣੇ ਜੀਵਨ 'ਚ ਚਾਹੁੰਦਾ ਹੈ ਮੈਨੂੰ ਬੇਸ਼ਕੀਮਤੀ ਖਾਣ ਨੂੰ ਮਿਲੇ, ਦੁਨੀਆ ਦਾ ਸਭ ਤੋਂ ਪਹਿਲਾਂ ਨੂੰ ਮਿਲੇ ਵਧੀਆ, ਦੁਨੀਆ ਦੀਆਂ ਸਾਰੀਆਂ ਸੁੱਖ ਸਹੂਲਤਾਂ, ਮਾਣ ਸਨਮਾਨ, ਰਿਸਪੈਕਟ, ਆਦਰ, ਹਰ ਚੀਜ਼ ਦੀ ਅਸੀਂ ਉਮੀਦ ਕਰਦੇ ਹਾਂ ਵੀ ਸਾਨੂੰ ਮਿਲੇ। ਤੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਬਦਲੇ ਵਿੱਚ ਅਸੀਂ ਕੋਈ ਚੰਗਿਆਈ ਵੀ ਸੰਸਾਰ 'ਚ ਵੰਡਣੀ ਹੈ। ਮਹਿੰਗਾ ਖਾ ਕੇ, ਮਹਿੰਗਾ ਪਹਿਨ ਕੇ, ਵਧੀਆ ਵਧੀਆ ਜੀਵਨ ਦੀਆਂ ਸਹੂਲਤਾਂ ਤੇ ਸਾਧਨ ਹੰਢਾ ਕੇ ਵੀ ਸਾਡੇ ਜੀਵਨ 'ਚੋਂ ਅੰਗਿਆਰ ਹੀ ਚੜ੍ਹਦੇ ਨੇ। ਸਾਡੇ ਜੀਵਨ ਦੇ ਵਿੱਚੋਂ ਦਵੈਸ਼ ਹੀ ਨਿਕਲਦਾ ਹੈ, ਨਫ਼ਰਤ, ਭੇਦ ਭਾਵ, ਈਰਖਾ, ਕ੍ਰੋਧ, ਕੁੜੱਤਣ, ਇਹੋ ਕੁਝ ਹੀ ਹੈ ਨਾ। ਇਹ ਉਵੇਂ ਦੀ ਖੇਡ ਹੈ ਵੀ ਜਿਵੇਂ ਕਿਸੇ ਨੇ ਕੋਈ ਪੌਦਾ ਇਸ ਕਰਕੇ ਲਾਇਆ ਹੋਵੇ ਵੀ ਇਸ ਤੋਂ ਕੋਈ ਚੰਗਾ ਫਲ ਮੈਨੂੰ ਮਿਲੇਗਾ, ਪਰ ਉਸ ਨੂੰ ਜ਼ਹਿਰ, ਜ਼ਹਿਰੀਲੇ ਫਲ, ਕੌੜੇ ਫਲ ਲੱਗ ਜਾਣ ਤਾਂ ਸਾਨੂੰ ਲੱਗਦਾ ਹੈ ਨਾ ਵੀ ਇਹਨੂੰ ਪੁੱਟ ਦੇਣਾ ਚਾਹੀਦਾ, ਇਹਦਾ ਕੋਈ ਲਾਭ ਨਹੀਂ। ਇਸ ਭਾਵ ਵਿੱਚ ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ, ਫਰੀਦਾ ਜੇ ਦੇਹ ਨਾਲਾ ਕੱਪਿਆ, ਜੇ ਗਲ ਕੱਪੈ ਚੁੱਖ, ਪਵਨ ਨਾ ਇਤੀ ਮਾਮਲੇ, ਸਾਹ ਨਾ ਇਤੀ ਦੁੱਖ। ਤੋ ਅਗਲੇ ਸ਼ਲੋਕ ਵਿੱਚ ਫਰਮਾਇਆ ਹੈ, ਚੱਬਣ ਚੱਲਣ ਰਤਨ। ਚੱਬਣ ਤੋਂ ਭਾਵ ਹੈ ਚੱਬਣ ਵਾਲੇ, ਚਿੱਥਣ ਵਾਲੇ ਦੰਦ। ਚੱਲਣ ਤੋਂ ਭਾਵ ਹੈ ਸਫ਼ਰ ਕਰਨ ਵਾਲੇ, ਸਾਨੂੰ ਜੋ ਪੈਰ ਮਿਲੇ ਹੋਏ ਨੇ, ਲੱਤਾਂ ਸਾਡੀਆਂ। ਚੱਬਣ, ਚੱਲਣ, ਤੀਜਾ ਹੈ ਰਤਨ। ਰਤਨ ਦਾ ਮਤਲਬ ਹੈ ਰਤਨ ਵਰਗੀਆਂ ਦੋ ਅੱਖਾਂ ਜਿਨ੍ਹਾਂ ਨਾਲ ਜਹਾਨ ਵੇਖਦੇ ਹਾਂ ਅਸੀਂ, ਰੂਪ ਰੰਗ ਆਕਾਰ ਦ੍ਰਿਸ਼ ਤੱਕਦੇ ਹਾਂ ਅਸੀਂ। ਸੇ ਸੁਣੀਅਰ ਬਹਿ ਗਏ। ਸੁਣੀਅਰ ਦਾ ਮਤਲਬ ਹੈ ਸੁਣਨ ਵਾਲੇ, ਜਿਹੜੇ ਆਵਾਜ਼ ਸੁਣਦੇ ਨੇ, ਕੰਨ ਸਾਡੇ ਸ਼ਰਵਣ, ਜਿਨ੍ਹਾਂ 'ਚ ਸਰੋਤ ਪੈਂਦੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ, ਵੇਖੋ ਦੰਦ, ਪੈਰ, ਅੱਖਾਂ, ਕੰਨ ਚੱਲ ਗਏ। ਚੱਲ ਗਏ ਦਾ ਮਤਲਬ ਹੈ ਹੌਲੀ ਹੌਲੀ ਸਰੀਰ ਦਾ ਸਾਥ ਛੱਡ ਗਏ। ਜਿਉਂ-ਜਿਉਂ ਸਰੀਰ ਪੁਰਾਣਾ ਹੋ ਜਾਂਦਾ ਹੈ ਨਾ, ਜਿਹਨੂੰ ਆਪਾਂ ਬੁਢੇਪਾ ਕਹਿ ਦਿੰਦੇ ਹਾਂ, ਬਜ਼ੁਰਗੀ ਕਹਿ ਦਿੰਦੇ ਹਾਂ, ਤੇ ਹੌਲੀ ਹੌਲੀ ਦੰਦ ਵੀ ਉਖੜ ਜਾਂਦੇ ਨੇ, ਕਮਜ਼ੋਰ ਪੈ ਜਾਂਦੇ ਨੇ, ਲੱਤਾਂ ਦੀ ਤਾਕਤ ਘਟ ਜਾਂਦੀ ਹੈ, ਜਿਹਨੂੰ ਬਾਬਾ ਫਰੀਦ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਕਿਹਾ ਹੈ, ਇਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵਿਓ। ਥਲ ਦਾ ਮਤਲਬ ਹੁੰਦਾ ਹੈ ਮੈਦਾਨ, ਤੇ ਡੂੰਗਰ ਦਾ ਮਤਲਬ ਹੁੰਦਾ ਹੈ ਪਹਾੜੀ ਰਸਤੇ। ਇਹਨਾਂ ਸੋਹਣੀਆਂ ਲੱਤਾਂ ਨਾਲ ਮੈਂ ਮੈਦਾਨ ਗਾਹ ਦਿੱਤੇ, ਪਹਾੜੀਆਂ ਚੋਟੀਆਂ ਤੇ ਚੜ੍ਹ ਗਿਆ, ਜਾਨ ਸੀ ਸਰੀਰ 'ਚ ਤੇ ਇੰਨਾ ਕੁਝ ਕਰ ਲਿਆ। ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓ। ਕੂਜੜਾ ਦਾ ਮਤਲਬ ਹੁੰਦਾ ਨਿੱਕਾ ਜਿਹਾ ਕੁੱਜਾ ਜਿਹਾ ਪਾਣੀ ਦਾ ਮੇਰੇ ਕੋਲ ਪਿਆ, ਹੁਣ ਸਰੀਰ 'ਚ ਜਾਨ ਨਹੀਂ ਤੇ ਉਹ ਵੀ ਫੜਨਾ ਹੋਵੇ ਤੇ ਇਵੇਂ ਲੱਗਦਾ ਜਿਵੇਂ 100 ਕੋਹ ਤੇ ਪਿਆ ਹੋਵੇ, ਤਾਕਤ ਨਹੀਂ ਰਹੀ ਸਰੀਰ ਦੇ ਵਿੱਚ। ਉਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿ ਰਹੇ ਨੇ, ਚੱਬਣ ਚੱਲਣ ਰਤਨ। ਅੱਖਾਂ ਦੀ ਜੋਤ ਘਟ ਗਈ, ਅੱਖਾਂ ਦੀ ਤਾਕਤ ਖਤਮ ਹੋ ਗਈ, ਹੁਣ ਅੰਨਾਪਨ ਹੈ ਜਹਾਨ ਵਿੱਚ। ਜਿਸ ਨੂੰ ਭਗਤ ਭੀਖਨ ਜੀ ਨੇ ਕਿਹਾ, ਨੈਨੋ ਨੀਰ ਬਹੈ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪ੍ਰਾਨੀ। ਕਹਿੰਦੇ ਨੇ ਅੱਖਾਂ 'ਚ ਹੁਣ ਪਾਣੀ ਵਗਦਾ, ਕਮਜ਼ੋਰੀ ਆ ਗਈ, ਵੀਕਨੈਸ ਹੋ ਗਈ, ਕੇਸਾਂ ਦਾ ਰੰਗ ਬਦਲ ਗਿਆ, ਸਰੀਰ ਦੇ ਹਾਵ ਭਾਵ ਬਦਲ ਗਏ, ਸ਼ਾਖ ਪਕੰਦੀ ਆਈ ਆ ਹੋਰ ਕਰੇਂਦੀ ਵਨ। ਸਰੀਰ ਦਾ ਸਾਰਾ ਢਾਂਚਾ ਹੀ ਚੇਂਜ ਹੋ ਗਿਆ, ਬਦਲ ਗਿਆ। ਬੁਢੇਪੇ, ਕਮਜ਼ੋਰੀ, ਪੁਰਾਤਨਤਾ ਦੇ ਕਾਰਨ
ਫਿਰ ਫਰਮਾਉਂਦੇ ਹਨ, ਰੂਧਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ। ਹੁਣ ਗਲਾ ਰੁਕਦਾ ਹੈ, ਉਸ ਤਰ੍ਹਾਂ ਦੀ ਆਵਾਜ਼, ਟਹਿਕਵੀਂ ਆਵਾਜ਼ ਥੋੜਾ ਰਹਿ ਗਈ ਜਿਹੋ ਜੀ ਬਚਪਨ ਵਿੱਚ ਸੀ, ਜਵਾਨੀ ਵਿੱਚ ਸੀ। ਅਬ ਕਿਆ ਕਰਿਆ ਪ੍ਰਾਨ, ਮਾਥੈ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ। ਇਹਦਾ ਕੋਈ ਦਾਰੂ ਹੈ ਨਹੀਂ ਸੰਸਾਰ 'ਚ, ਇਹਦਾ ਕੋਈ ਔਖਦ ਨਹੀਂ ਸੰਸਾਰ ਦੇ ਵਿੱਚ ਵੀ ਕਿਸੇ ਨੂੰ ਵਡੇਪਾ ਆਏ, ਬੰਦਾ ਉੜ ਪੂੜ ਕਰਦਾ ਚੱਲਦਾ ਜਾਏ, ਇਹ ਤਾਂ ਠੁਮੜੇ ਨੇ। ਪਰ ਕੋਈ ਸੰਸਾਰ ਵਿੱਚ ਐਸੀ ਦਵਾ ਹੈ, ਔਖਦ ਹੈ ਵੀ ਸਰੀਰ ਤੇ ਆਇਆ ਹੋਇਆ ਬੁਢੇਪਾ ਇਹਨੂੰ ਜਵਾਨੀ ਤੇ ਬਚਪਨ ਵਿੱਚ ਬਦਲ ਦੇਵੇ। ਵਾਕਾ ਔਖਦ ਨਹੀਂ, ਇਹ ਕੁਦਰਤੀ ਕਾਨੂੰਨ ਹੈ, ਇਹ ਕੁਦਰਤ ਦਾ ਬਣਾਇਆ ਹੋਇਆ ਅਸੂਲ ਹੈ, ਇਹਨੂੰ ਕੋਈ ਭੰਗ ਨਹੀਂ ਕਰ ਸਕਦਾ। ਇਸੇ ਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਕੰਨ ਸਰੋਤ ਜਿਹੜੀ ਉਹ ਘਟ ਗਈ, ਹੁਣ ਉੱਚਾ ਸੁਣਦਾ ਹੈ ਜਾਂ ਸੁਣਦਾ ਹੀ ਨਹੀਂ। ਜਿਹੜੇ ਕੰਨ ਨੇ ਉਹਨਾਂ ਦੀ ਤਾਕਤ ਕਮਜ਼ੋਰ ਹੋ ਗਈ, ਖੀਣ ਹੋ ਗਈ। ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ। ਹੇੜਾ ਸਰੀਰ ਨੂੰ ਕਹਿੰਦੇ ਹਨ। ਧਾ ਦਾ ਮਤਲਬ ਹੈ ਧਾ ਮਾਰ ਕੇ ਰੋਣਾ, ਕੁਰਲਾਉਣਾ, ਦੁਖੀ ਹੋਣਾ। ਜਦੋਂ ਕੋਈ ਦੁਖੀ ਹੁੰਦਾ ਤੇ ਧਾਹਾਂ ਮਾਰਦਾ ਹੈ ਨਾ। ਕਹਿੰਦੇ ਸਰੀਰ ਹੁਣ ਦੁਖੀ ਹੋ ਕੇ ਧਾਹਾਂ ਮਾਰਦਾ ਵੀ ਮੇਰੇ ਕਿੰਨੇ ਪਿਆਰੇ ਮਿੱਤਰ, ਮੇਰੇ ਜਾਨੀ, ਮੇਰੇ ਨਾਲ ਨਿਭਣ ਵਾਲੇ, ਮੇਰਾ ਖਾਸ ਹਿੱਸਾ ਕੰਮ ਕਰਨੋਂ ਹਟ ਗਿਆ। ਸਰੀਰ ਦੁੱਖ ਭੋਗਦਾ। ਬੰਦਾ ਸੁਣਨਾ ਚਾਹੁੰਦਾ, ਆਵਾਜ਼ ਕੰਨਾਂ 'ਚ ਪੈਂਦੀ ਹੈ ਪਰ ਕੰਨਾਂ ਦੀ ਤਾਕਤ ਨਹੀਂ। ਦੇਖਣਾ ਚਾਹੁੰਦਾ, ਕਿਸੇ ਦੀ ਪਛਾਣ ਨਹੀਂ ਆਉਂਦੀ। ਖਾਣਾ ਚਾਹੁੰਦਾ, ਦੰਦ ਕੰਮ ਨਹੀਂ ਕਰਦੇ। ਤੁਰਨਾ ਚਾਹੁੰਦਾ, ਭੱਜ ਕੇ ਜਾਣਾ ਚਾਹੁੰਦਾ, ਸਰੀਰ 'ਚ ਤਾਕਤ ਨਹੀਂ, ਲੱਤਾਂ ਕੰਮ ਨਹੀਂ ਕਰਦੀਆਂ। ਬਾਬਾ ਫਰੀਦ ਸਾਹਿਬ ਸਾਨੂੰ ਬੁਢੇਪੇ ਤੋਂ ਡਰਾ ਨਹੀਂ ਰਹੇ, ਸੱਚ ਦੱਸ ਰਹੇ ਨੇ। ਕਹਿੰਦੇ ਨੇ ਵਾਪਰਦਾ ਹੈ, ਸਰੀਰ ਨੇ ਇਹ ਵੀ ਰੰਗ ਵਟਾਉਣਾ ਹੈ, ਸਰੀਰ ਨੇ ਇਸ ਦਸ਼ਾ 'ਚ ਵੀ ਜਾਣਾ ਹੈ, ਸਰੀਰ ਦੇ ਉੱਤੇ ਹਾਲਾਤ ਵੀ ਆਉਣੇ ਨੇ। ਇਸ ਕਰਕੇ ਚੇਤਾ ਰੱਖ, ਜਿਸ ਤਾਕਤ ਦਾ ਗਰੂਰ ਕਰਦਾ ਹੈ ਨਾ, ਇਹ ਤਾਕਤ ਇਸ ਤਰ੍ਹਾਂ ਰਹਿਣੀ ਨਹੀਂ। ਜੇ ਤੇਰੇ ਕੋਲ ਉਮਰ ਹੋਈ ਤੇ ਤੂੰ ਵੇਖੇਂਗਾ ਇਹ ਪੜਾਅ ਵੀ। ਜੇ ਤੇਰੇ ਕੋਲ ਸਮਾਂ ਹੋਇਆ ਜੀਵਨ ਦਾ ਤੇ ਤੂੰ ਮਾਣੇਗਾ ਇਸ ਚੀਜ਼ ਨੂੰ ਵੀ, ਕਿ ਤੇਰੇ ਅੰਗ ਸਰੀਰ ਦੇ ਕਿਵੇਂ ਸਿੱਥਲ ਤੇ ਕਮਜ਼ੋਰ ਹੁੰਦੇ ਨੇ, ਕਿਵੇਂ ਆਪਣਾ ਕੰਮ ਛੱਡਦੇ ਜਾਂਦੇ ਨੇ। ਗਰੂਰ ਕਿਸ ਗੱਲ ਦਾ ਹੈ, ਮਾਣ ਕਿਸ ਗੱਲ ਦਾ ਹੈ। ਤੋ ਅੱਗੇ ਜਾ ਕੇ ਫਰਮਾਉਂਦੇ ਹਨ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨ ਲੱਗਈ, ਪੱਲੇ ਸਭ ਕਿਛ ਪਾਏ। ਇਸ ਕਰਕੇ ਕਹਿੰਦੇ ਮੈਂ ਤੈਨੂੰ ਸਮਝਾਉਣਾ, ਬੁਰੇ ਦਾ ਵੀ ਭਲਾ ਕਰਨ ਦਾ ਯਤਨ ਕਰ, ਬੁਰੇ ਦਾ ਭਲਾ ਕਰ। ਤੇ ਬੁਰੇ ਦਾ ਭਲਾ ਕਰਨ ਲਈ ਸਭ ਤੋਂ ਪਹਿਲਾਂ ਮਨੁੱਖ ਨੂੰ ਖੁਦ ਭਲਾ ਹੋਣਾ ਚਾਹੀਦਾ ਹੈ। ਜ਼ਬਰਦਸਤੀ ਭਲਾ ਥੋੜ੍ਹੀ ਹੋ ਜਾਂਦਾ ਕਿਸੇ ਦਾ। ਬੰਦੇ ਦਾ ਸੁਭਾਅ ਹੋਵੇ ਨਾ ਕੁੜੱਤਣ ਭਰੇ ਬੋਲ ਬੋਲਣ ਦਾ, ਤੇ ਉਹਨੂੰ ਆਪਾਂ ਮਨਾ ਕੇ ਲੈ ਜਾਈਏ ਕਿਤੇ ਵੀ, ਮਿੰਨਤ ਵਾਲੀ ਗੱਲ ਹੈ। ਜਿੱਥੇ ਆਪਾਂ ਚੱਲੇ ਇੱਥੇ 5 ਮਿੰਟ ਤੂੰ ਚੱਜ ਦੀ ਗੱਲ ਕਰਨੀ ਹੈ ਤੇ ਕਰਨੀ ਹੈ, ਨਹੀਂ ਤੇ ਚੁੱਪ ਰਹੀ। ਹੁਣ ਜਿਹੜੇ ਬੰਦੇ ਨੇ 60 ਸਾਲ ਕੁਫਰ ਹੀ ਤੋਲਿਆ, ਅੰਗਿਆਰ ਹੀ ਕੱਢੇ ਨੇ ਮੂੰਹ ਤੋਂ, ਉਹ 5 ਮਿੰਟ ਚੁੱਪ ਰਹਿ ਲੈਗਾ। ਤੇ ਜੇ ਉਹਨੂੰ ਬੋਲਣ ਦਾ ਸਮਾਂ ਦਿੱਤਾ ਤੇ ਉਹ ਕਰੇਗਾ। ਜਿਹੜੀ ਚੀਜ਼ ਦੀ ਉਹਦੀ ਪ੍ਰੈਕਟਿਸ ਹੀ ਹੈ ਨਹੀਂ, ਉਹ ਕਰੇ ਕਿਵੇਂ? ਜੋ ਉਹਦੇ ਅੰਦਰ ਉਸੇ ਚੀਜ਼ ਨੇ ਪ੍ਰਗਟ ਹੋਣਾ ਹੈ ਨਾ, ਉਹ ਆਪਣੀ ਮੂਰਖਤਾਈ ਤੋਂ ਬਾਜ਼ ਨਹੀਂ ਆ ਸਕਦਾ। ਉਹ ਆਪਣੇ ਸੁਭਾਅ ਦਾ ਇੱਕਦਮ ਤਬਦੀਲੀ ਨਹੀਂ ਕਰ ਸਕਦਾ। ਜੋ ਜੀ ਹੋਏ ਸੋ ਉਗਵੇ ਵਾਪਰਦਾ। ਤੋ ਭਲਾ ਕਰਨ ਲਈ ਕਿਸੇ ਦਾ ਭਲਾਈ ਦੀ ਪ੍ਰੈਕਟਿਸ ਹੋਣੀ ਵੀ ਲਾਜ਼ਮੀ ਹੈ। ਕੋਈ ਤੁਹਾਡੇ ਅੰਦਰ ਵੀ ਚੀਜ਼ ਹੋਣੀ ਚਾਹੀਦੀ ਹੈ ਜਿਹਨੂੰ ਤੁਸੀਂ ਮੌਕੇ ਤੇ ਪ੍ਰਗਟ ਕਰ ਸਕੋ, ਮੌਕੇ ਤੇ ਯੂਜ਼ ਕਰ ਸਕੋ, ਮੌਕੇ ਤੇ ਵਰਤ ਸਕੋ। ਉਹ ਅਭਿਆਸ ਹੈ ਕਿੱਥੇ? ਬੰਦਾ ਸੋਚਦਾ ਕੋਈ ਨਹੀਂ, ਜਦੋਂ ਔਖਾ ਸਮਾਂ ਆਏਗਾ ਸਬਰ ਰੱਖ ਲਾਂਗੇ। ਸਬਰ ਕਮਾਇਆ ਹੋਏਗਾ ਤੇ ਰੱਖਾਂਗੇ ਨਾ। ਜਿਹੜੀ ਚੀਜ਼ ਕਮਾਈ ਨਹੀਂ, ਉਹ ਮੌਕੇ ਤੇ ਕੰਮ ਕਿਵੇਂ ਆਵੇ? ਤੁਸੀਂ ਪੈਸਾ ਕਮਾਉਂਦੇ ਹੋ, ਲੋੜ ਪੈਂਦੀ ਹੈ ਤੇ ਖਰਚਦੇ ਹੋ ਨਾ। ਕਮਾਇਆ ਤੇ ਕੋਲ ਹੈ ਤੇ ਤੁਸੀਂ ਖਰਚਦੇ ਹੋ। ਜੇ ਹੋਵੇ ਹੀ ਨਾ ਤੇ ਕਿਵੇਂ ਖਰਚੋਗੇ? ਰਸੋਈ ਦੇ ਵਿੱਚ ਤੁਸੀਂ ਚੀਜ਼ਾਂ ਲਿਆ ਕੇ ਰੱਖੀਆਂ ਤੇ ਖਾਣ ਪੀਣ ਦਾ ਸਮਾਨ ਬਣਾ ਲੈਣਾ, ਜੋ ਹੋਵੇ ਹੀ ਨਾ ਕਿੱਥੋਂ ਬਣਾਓਗੇ? ਜਿਹੜੀ ਚੀਜ਼ ਅਵੇਲੇਬਲ ਹੀ ਨਹੀਂ, ਉਹਨੂੰ ਯੂਜ਼ ਕਿਵੇਂ ਕਰੋਗੇ ਤੁਸੀਂ? ਤਾਂ ਬੰਦਾ ਸੋਚਦਾ ਮੈਂ ਬੜਾ ਚੰਗਾ, ਚੰਗਿਆਈ ਹੈ ਕਿੱਥੇ? ਆਪਣੇ ਅੰਦਰ ਝਾਤ ਤੇ ਮਾਰ ਕੇ ਵੇਖ ਵੀ ਤੂੰ ਕਮਾਇਆ ਹੈ ਕੁਝ?
ਅਭਿਆਸ ਕੀਤਾ ਕਿਸੇ ਚੀਜ਼ ਦਾ, ਕਿਸੇ ਚੀਜ਼ ਨੂੰ ਬਰਦਾਸ਼ਤ ਕੀਤਾ ਹੋਵੇ, ਕਿਸੇ ਨੂੰ ਸਹਿਣ ਕੀਤਾ ਹੋਵੇ, ਕਿਸੇ ਨੂੰ ਜਰਿਆ ਹੋਵੇ, ਕਿਸੇ ਚੀਜ਼ ਦਾ ਕਦੇ ਇਹ ਚੀਜ਼ ਆਪਣੇ ਜੀਵਨ 'ਚ ਹੰਢਾਈ ਹੋਵੇ। ਪਰ ਬਾਬਾ ਫਰੀਦ ਸਾਹਿਬ ਇਹ ਸਮਝਾ ਰਹੇ ਨੇ, ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ, ਤੇ ਭਲਾ ਕਰਨ ਦੀ ਇੱਕ ਜੁਗਤ ਦੱਸਦੇ ਨੇ ਕਿ ਕਿਵੇਂ ਕਰੀਏ ਭਲਾ। ਵੀ ਚੋਰ ਚੋਰੀ ਕਰਨਾ ਹੈ ਤੇ ਕਰਨ ਦਈਏ ਵੀ ਲੈ ਜਾ ਲੁੱਟ ਕੇ, ਕੋਈ ਗੱਲ ਨਹੀਂ। ਕਾਤਲ ਕਤਲ ਕਰਨ ਆਇਆ ਤੈਨੂੰ ਉਹਦੇ ਅੱਗੇ ਉਹਦੀ ਛੁਰੀ ਦੇ ਉੱਤੇ ਧੌਣ ਰੱਖ ਦਈਏ ਵੀ ਚੱਲ ਜਾ, ਤੂੰ ਆਪਣੀ ਮਰਜ਼ੀ ਕਰ, ਤੂੰ ਨਾ ਨਾਰਾਜ਼ ਹੋ ਜਾਏ। ਨਹੀਂ, ਕਹਿੰਦੇ ਨੇ ਗੁੱਸਾ ਮਨ ਨਾ ਹਟਾਏ। ਹਟਾਏ ਦਾ ਮਤਲਬ ਹੈ ਵਸਾਉਣਾ। ਤੂੰ ਉਸ ਤਰ੍ਹਾਂ ਦਾ ਰਿਐਕਟ ਨਾ ਕਰੀ ਜਿਸ ਤਰ੍ਹਾਂ ਦਾ ਉਹ ਕਰਦਾ ਹੈ। ਚੋਰ ਨੂੰ ਮਾਤ ਦੇਣ ਲਈ ਚੋਰ ਨਾ ਬਣ ਜਾਏ। ਹੋਰ ਬੜੇ ਤਰੀਕੇ ਹੋ ਸਕਦੇ ਨੇ। ਕ੍ਰੋਧੀ ਨੂੰ ਮਾਤ ਦੇਣ ਵਾਸਤੇ ਕ੍ਰੋਧੀ ਨਾ ਹੋ ਜਾਏ। ਤੇਰੇ ਤੇ ਉਹਦੇ ਫਰਕ ਕੀ ਰਹਿ ਗਿਆ? ਨਖੇੜਾ ਕਿਵੇਂ ਕਰਾਂਗੇ ਵੀ ਇਹਨਾਂ ਚੋਂ ਸਹੀ ਕਿਹੜਾ ਹੈ? ਲੋਭੀ ਨੂੰ ਮਾਤ ਦੇਣ ਲਈ ਲੋਭੀ ਹੋਣਾ ਜ਼ਰੂਰੀ ਨਹੀਂ। ਲੋਭ ਨੂੰ ਸਬਰ ਨਾਲ ਮਾਤ ਦਿੱਤੀ ਜਾ ਸਕਦੀ ਹੈ। ਕ੍ਰੋਧੀ ਨੂੰ ਨਿਮਰਤਾ ਨਾਲ ਮਾਤ ਦਿੱਤੀ ਜਾ ਸਕਦੀ ਹੈ। ਇਹਦਾ ਭਾਵ ਹੈ ਕਿ ਤੂੰ ਆਪਣਾ ਗੁਣ ਨਹੀਂ ਤਿਆਗਣਾ। ਆਪਾਂ ਇਹ ਬਚਨ ਮਹਾਰਾਜ ਦਾ ਪੜ੍ਹਦੇ ਹਾਂ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਪਰਮੇਸ਼ਰ ਦੇ ਪਿਆਰੇ ਦੀ ਨਿੰਦਾ ਕਰੇ ਨਾ, ਨੇਕ ਬਖਤ ਇਨਸਾਨ ਨੂੰ ਕੋਈ ਮਾੜਾ ਆਖੀ ਜਾਏ ਤੇ ਉਹ ਖਿੱਚਦਾ ਨਹੀਂ ਵੀ ਚੰਗਾ, ਜੇ ਤੁਸੀਂ ਮੇਰੀ ਚੰਗਿਆਈ ਤੋਂ ਨਹੀਂ ਰਾਜੀ ਤਾਂ ਮੈਂ ਤੁਹਾਨੂੰ ਹੁਣ ਬਾਦ ਹੋ ਕੇ ਵਿਖਾਉਣਾ। ਆਪਾਂ ਕੀ ਕਰਦੇ ਹਾਂ? 2 ਦਿਨ ਬਾਣੀ ਪੜ੍ਹੀ, ਕੋਈ ਹੱਸਣ ਲੱਗ ਪਿਆ, ਆਪਾਂ ਕਹਿੰਦੇ ਆ ਪਿਆ ਜੇ ਗੁਟਕਾ, ਹੁਣ ਮੈਂ ਤੁਹਾਨੂੰ ਗਾਲਾਂ ਕੱਢ ਕੇ ਵਿਖਾਊਂ। ਤੁਸੀਂ ਗਾਲਾਂ ਲੈ ਕੇ ਖੁਸ਼ ਨਾ, ਫਿਰ ਮੈਂ ਇਸ ਤਰ੍ਹਾਂ ਹੀ ਠੀਕ। ਲਾਭ ਕੀ ਹੋਇਆ? ਜੋ ਤੈਨੂੰ ਬਣਾਉਣਾ ਚਾਹੁੰਦੇ ਸਨ ਤੂੰ ਬਣ ਗਿਆ ਨਾ। ਜਿੱਤਿਆ ਕੌਣ? ਜੇ ਅਸੀਂ ਕਿਸੇ ਦੇ ਆਲੋਚਨਾ ਕਰਕੇ, ਨਿੰਦਾ ਕਰਕੇ, ਬੁਰਾਈ ਦੇ ਪ੍ਰਭਾਵ ਨੂੰ ਕਬੂਲ ਕੇ ਅਸੀਂ ਵੀ ਬੁਰੇ ਹੀ ਹੋ ਗਏ, ਕਿ ਸਾਡੇ ਤੇ ਉਹਦੇ 'ਚ ਫਰਕ ਕੋਈ ਨਹੀਂ। ਧਰਮ ਕਹਿੰਦਾ ਤੂੰ ਆਪਣੇ ਧਰਮ ਦਾ ਪੱਲਾ ਨਹੀਂ ਛੱਡਣਾ, ਤੂੰ ਦ੍ਰਿੜ ਰਹਿਣਾ। ਪਰਵਾਹ ਨਹੀਂ ਕਿਸੇ ਕੇਰੀ ਬਾਝ, ਸੱਚੇ ਨਾ। ਤੋ ਇੱਥੇ ਫਰਮਾਉਂਦੇ ਨੇ ਗੁੱਸਾ ਮਨ ਨਾ ਹੰਢਾਏ। ਬੁਰੇ ਦਾ ਭਲਾ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਆਪਣੇ ਅੰਦਰ ਗੁੱਸੇ ਨੂੰ ਵਸਾ ਕੇ ਉਹਨੂੰ ਪਲਣ ਨਾ ਦੇ। ਉਹ ਜ਼ਹਿਰ ਸਭ ਤੋਂ ਪਹਿਲਾਂ ਨਾ ਤੇਰੇ ਤੇ ਅਸਰ ਕਰੇਗਾ। ਸਭ ਤੋਂ ਪਹਿਲਾਂ ਜ਼ਹਿਰ ਨੇ ਤੈਨੂੰ ਆਪਣੀ ਚਪੇਟ ਵਿੱਚ ਲੈਣਾ। ਤੇ ਫਰਮਾਉਂਦੇ ਨੇ ਜੇ ਤੂੰ ਗੁੱਸਾ ਮਨ ਵਿੱਚ ਨਹੀਂ ਨਾ ਵਸਾਏਗਾ, ਉਹਨੂੰ ਹੰਢਾਉਣਾ, ਉਹਨੂੰ ਜੀਣਾ, ਉਹਨੂੰ ਵਸਾ ਕੇ ਉਹਨੂੰ ਆਪਣੇ ਅੰਦਰ ਜਜ਼ਬ ਕਰਕੇ ਨਹੀਂ ਰਹੇਗਾ, ਤੇ ਤੈਨੂੰ ਇੱਕ ਫਾਇਦਾ ਬਹੁਤ ਵੱਡਾ ਹੋਣਾ, ਦੇਹੀ ਰੋਗ ਨਾ ਲੱਗੇ। ਬੜੀਆਂ ਬਿਮਾਰੀਆਂ ਤੋਂ ਤੂੰ ਬਚ ਜਾਏਂਗਾ। ਕਿੰਨਾ ਕੁ ਚਿਰ ਢਾਉਂਦਾ ਰਹੇਗਾ ਇਸ ਚੀਜ਼ ਨੂੰ? ਬੰਦੇ ਨੇ ਮੰਦਾ ਅਮਲ ਕੀਤਾ, ਤੁਰ ਗਿਆ। ਆਪਾਂ 30 ਸਾਲ ਉਹਦਾ ਰੰਜ, ਉਹਦੀ ਤਕਲੀਫ, ਉਹਦਾ ਜ਼ਹਿਰ ਅੰਦਰ ਰੱਖ ਕੇ ਤੁਰੇ ਫਿਰਦੇ ਹਾਂ ਵੀ ਲੱਭੇ ਕਿਤੇ। ਉਹ ਲੱਭਦਾ ਨਹੀਂ ਤੇ ਜ਼ਹਿਰ ਉਹ ਉਹਨਾਂ ਚਿਰ ਪੀਂਦਾ ਕੌਣ ਰਹਿੰਦਾ? ਅਸੀਂ। ਮੈਂ ਹੋਰ ਇੱਕ ਵਚਨ ਸਾਂਝਾ ਕਰਦਾ। ਈਰਖਾ ਇੱਕ ਰੋਗ ਹੈ, ਇੱਕ ਜ਼ਹਿਰ ਹੈ। ਤੇ ਈਰਖਾ ਦਾ ਜਿਹੜਾ ਜ਼ਹਿਰ ਹੈ ਉਹ ਸਭ ਤੋਂ ਪਹਿਲਾਂ ਕਿਹੜੇ ਬੰਦੇ ਤੇ ਅਸਰ ਕਰਦਾ ਹੈ? ਜਿਹੜਾ ਈਰਖਾ ਕਰਦਾ ਹੈ। ਦੂਜੇ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਵੀ ਇਹ ਮੇਰਾ ਵੱਡਾ ਘਰ ਵੇਖ ਕੇ ਸੜਦਾ ਹੈ, ਮੇਰੇ ਕੋਲ ਕਾਰ ਵੇਖ ਕੇ ਸੜਦਾ ਹੈ, ਮੇਰੀ ਤਰੱਕੀ ਵੇਖ ਕੇ ਇਹਨੂੰ ਦੁੱਖ ਹੁੰਦਾ ਹੈ। ਜਿਹੜਾ ਦੁਖੀ ਹੋ ਰਿਹਾ ਹੈ ਸਭ ਤੋਂ ਪਹਿਲਾਂ ਨਰਕ ਤਾਂ ਉਹ ਭੋਗ ਰਿਹਾ, ਦੂਜੇ ਨੂੰ ਕੀ ਫਰਕ ਪੈਂਦਾ? ਇਸ ਵਾਸਤੇ ਇਹ ਅੱਗ ਸਾਨੂੰ ਸਾੜਦੀ ਹੈ ਸਭ ਤੋਂ ਪਹਿਲਾਂ। ਗੁਰੂ ਸਾਹਿਬ ਕਹਿੰਦੇ ਦੇਹੀ ਰੋਗ ਨਾ ਲੱਗਈ। ਤੇਰੇ ਜੀਵਨ ਨੂੰ ਵਿਸ਼ਿਆਂ ਦੇ ਰੋਗ ਨਹੀਂ ਲੱਗਣਗੇ, ਪੱਲੇ ਸਭ ਕੁਛ ਪਾਏ, ਤੇ ਤੇਰੇ ਆਤਮਿਕ ਗੁਣ, ਤੇਰੀ ਚੰਗਿਆਈ, ਤੇਰਾ ਧਰਮ, ਤੇਰਾ ਸਤ ਤੇਰੇ ਪੱਲੇ ਪਿਆ ਰਹੇਗਾ, ਬਚਿਆ ਰਹੇਗਾ। ਨਹੀਂ ਤੇ ਇਹ ਵੀ ਜਾਂਦਾ ਲੱਗੇਗਾ। ਇਸ ਕਰਕੇ ਇਸ ਚੀਜ਼ ਤੋਂ ਬਚਣਾ ਹੈ। ਬਦੀ ਦਾ ਜਵਾਬ ਬਦੀ ਨਹੀਂ ਹੈ, ਪਾਪ ਦਾ ਜਵਾਬ ਪਾਪ ਨਹੀਂ ਹੈ, ਔਗਣ ਦਾ ਜਵਾਬ ਔਗਣ ਨਹੀਂ ਹੈ। ਬਾਬਾ ਫਰੀਦ ਸਾਹਿਬ ਦਾ ਰਾਹ ਕਹਿੰਦਾ ਨਹੀਂ, ਤੁਸੀਂ ਆਪਣੇ ਕਰਮ ਉੱਤੇ ਦ੍ਰਿੜ ਰਹਿਣਾ। ਤੋ ਇਸ ਵਾਸਤੇ ਅੱਗੇ ਫਰਮਾਉਂਦੇ ਹਨ
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗ। ਨੌਬਤ ਵੱਜੀ ਸੁਬਾ ਸਿਉ ਚੱਲਣ ਕਾ ਕਰ ਸਾਜ। ਕਹਿੰਦੇ ਨੇ ਸੰਸਾਰ ਦੁਨੀਆ ਸੁਹਾਵਾ ਬਾਗ, ਸੋਹਣਾ ਬਗੀਚਾ ਹੈ, ਸੋਹਣਾ ਬਾਗ ਹੈ ਸੰਸਾਰ। ਦੁਨੀਆ ਸੋਹਣਾ ਬਾਗ ਹੈ। ਪੰਖ ਪਰਾਹੁਣੀ, ਐਵੇਂ ਮਨ ਨੂੰ ਟੋਏ ਟਿੱਬੇ ਬਣਾ ਕੇ ਊਚ ਨੀਚ, ਨਫ਼ਰਤਾਂ, ਭੇਦ ਭਾਵ, ਈਰਖਾ, ਦਵੈਸ਼, ਇਹ ਤਬਾਹੀ ਵਿੱਚ ਨਾ ਜੀ। ਸੰਸਾਰ ਸੋਹਣਾ ਬਾਗ ਹੈ, ਇਸ ਦਾ ਆਨੰਦ ਲੈ, ਇਸ ਸਿਰਜਣਾ ਨੂੰ ਨੇੜੇ ਹੋ ਕੇ ਤੱਕ। ਤੇ ਇਹ ਸੋਚ ਵੀ ਆ ਜਿੰਨੇ ਜੀਵ ਨੇ ਨਾ ਮੇਰੇ ਸਮੇਤ, ਆਪਾਂ ਜਿੰਨੇ ਵੀ ਇੱਥੇ ਆ, ਆਪਾਂ ਤਾਂ ਪੰਛੀਆਂ ਦੀਆਂ ਡਾਰਾਂ। ਇੱਕ ਡਾਰ ਆਉਂਦੀ ਏ ਬਾਗ 'ਚ, ਕੁਝ ਸਮਾਂ ਰੁਕਦੀ ਏ, ਉੱਡ ਜਾਂਦੀ ਏ, ਮਗਰ ਹੋਰ ਪੰਛੀ ਆ ਜਾਂਦੇ ਨੇ। ਇੱਦਾਂ ਹੀ ਹੈ ਸੰਸਾਰ, ਇੱਦਾਂ ਹੀ ਚੱਲਦਾ। ਪਹਿਲੇ ਚਲੇ ਗਏ, ਹੁਣ ਆਪਾਂ ਇਸ ਸੰਸਾਰ ਦੇ ਬਾਗ ਵਿੱਚ ਆ। ਆਪਾਂ ਵੀ ਵਾਰੀ ਵਾਰੀ ਆਪਣੇ ਆਪਣੇ ਸਮੇਂ 'ਤੇ ਉੱਡਾਂਗੇ, ਚਲੇ ਜਾਵਾਂਗੇ, ਮਗਰਲਿਆਂ ਨੂੰ ਸਪੇਸ ਦੇ ਜਾਵਾਂਗੇ। ਪਹਿਲੇ ਛੱਡ ਗਏ। ਭੁਲੇਖਾ ਸਾਨੂੰ ਸਾਰਿਆਂ ਨੂੰ ਹੁੰਦਾ ਹੈ ਕਿ ਖੌਰੇ ਮੇਰਾ ਹੀ ਹੈ, ਜਿੱਥੇ ਮੈਂ ਹਾਂ ਇੱਥੋਂ ਮੈਂ ਹਿੱਲਣਾ ਨਹੀਂ। ਜਿੱਥੇ ਮੈਂ ਹਾਂ ਮੇਰੀ ਤਾਕਤ ਹੈ, ਮੇਰਾ ਕੰਟਰੋਲ ਹੈ, ਮੇਰੀ ਸੱਤਾ ਹੈ, ਮੇਰਾ ਸਾਰਾ ਕੁਝ ਹੈ, ਮੈਂ ਕਿਸੇ ਨੂੰ ਜੀਣ ਨਹੀਂ ਦੇਣਾ। ਪਹਿਲੇ ਵੀ ਐਵੇਂ ਹੀ ਸੋਚਦੇ ਸੀ, ਪਹਿਲੇ ਵੀ ਇਹੋ ਕੁਝ ਹੀ ਕਰਦੇ ਗਏ, ਅਸੀਂ ਵੀ ਇਹੋ ਕੁਝ ਕਰ ਰਹੇ ਹਾਂ। ਪਰ ਕੁਦਰਤ ਨੇ ਸਾਡੇ ਕੋਲੋਂ ਸਭ ਕੁਝ ਛੁਡਾ ਲੈਣਾ, ਅਸੀਂ ਥੋੜ੍ਹਾ ਛੱਡਣਾ, ਉਹਨੇ ਛੁਡਾ ਲੈਣਾ। ਏਡੇ ਵੱਡੇ ਵੱਡੇ ਅੰਪਾਇਰ, ਸਾਮਰਾਜ ਕੋਈ ਛੱਡਣ ਵਾਲਾ ਥੋੜ੍ਹੀ ਸੀ, ਕੁਦਰਤ ਨੇ ਛਡਾ ਲੈ। ਸੁਲਤਾਨਾ ਘਾਹ ਕਰਾਏਂਦਾ, ਦਰ ਮੰਗਨ ਭਿੱਖ ਨਾ ਪਾਏਂਦਾ। ਤੋ ਫਰਮਾਉਂਦੇ ਹਨ, ਕਹਿਣ ਲੱਗੇ ਨੌਬਤ ਵੱਜੀ ਸੁਬਾ ਸਿਉ। ਨੌਬਤ ਦਾ ਮਤਲਬ ਹੁੰਦਾ ਹੈ ਨਗਾਰਾ। ਜਦੋਂ ਫੌਜਾਂ ਨੇ ਕੂਚ ਕਰਨਾ ਹੋਵੇ ਤੇ ਨਗਾਰੇ ਤੇ ਚੋਟ ਵੱਜਦੀ, ਇਹਦਾ ਭਾਵ ਹੁੰਦਾ ਹੈ ਵੀ ਫੌਜ ਹੁਣ ਕੂਚ ਕਰੇਗੀ। ਨਗਾਰਾ ਬਾਦਸ਼ਾਹੀ ਚਿੰਨ੍ਹ ਹੈ, ਪ੍ਰਤੀਕ ਹੈ। ਸਵੇਰ ਦਾ ਵਕਤ ਜਿਸ ਵੇਲੇ ਹੁੰਦਾ ਸੀ ਤੇ ਬਾਦਸ਼ਾਹ ਦੀ ਮਹਿਲ ਦੀ ਡਿਓੜੀ ਦੇ ਉੱਤੇ, ਕਿਲੇ ਦੀ ਡਿਓੜੀ ਦੇ ਉੱਤੇ ਨਗਾਰਾ ਖੜਕਦਾ। ਨਗਾਰਾ ਪੁਰਾਣੇ ਸਮੇਂ 'ਚ ਸਮਾਂ ਦੱਸਣ ਦਾ ਵੀ ਪ੍ਰਤੀਕ ਹੁੰਦਾ ਸੀ, ਫੌਜਾਂ ਦੇ ਕੂਚ ਕਰਨ ਦਾ ਵੀ ਪ੍ਰਤੀਕ ਹੁੰਦਾ ਸੀ। ਨਗਾਰੇ ਦਾ ਇੱਕ ਸਮਾਂ ਸੀ ਤੇ ਨਗਾਰਾ ਇੱਕ ਕਿਸੇ ਚੀਜ਼ ਦਾ ਪ੍ਰਤੀਕ ਸੀ, ਬਿੰਬ ਸੀ। ਨੌਬਤ ਵੱਜੀ ਸੁਬਾ ਸਿਉ, ਜਦੋਂ ਤੇਰੇ ਜੀਵਨ ਦੀ ਸਵੇਰ ਹੋ ਗਈ, ਜ਼ਿੰਦਗੀ ਰੂਪੀ ਰਾਤ ਬਤੀਤ ਹੋ ਗਈ, ਸਮੇਂ ਨੇ ਆ ਕੇ ਦਮਾਮੇ ਤੇ ਚੋਟ ਮਾਰਨੀ ਹੈ, ਨਗਾਰਾ ਖੜਕ ਪੈਣਾ ਤੇ ਕੂਚ ਕਰਨ ਦਾ ਹੁਕਮ ਹੋ ਜਾਣਾ। ਚੱਲਣ ਕਾ ਕਰ ਸਾਜ, ਹੁਣ ਚੱਲਣ ਦਾ ਆਰ ਕਰ। ਨੌਬਤ ਵੱਜ ਗਈ ਏ, ਕੂਚ ਕਰਨ ਦਾ ਸਮਾਂ ਹੋ ਗਿਆ। ਫਰੀਦਾ ਰਾਤ ਕਥੂਰੀ ਵੰਡੀਐ, ਸੁਤਿਆਂ ਮਿਲੈ ਨਾ ਭਾਉ। ਜਿਨ੍ਹਾਂ ਨੈਣ ਨੀਂਦਰਾ ਵਲੇ, ਤਿਨਾਂ ਮਿਲਣ ਕੋ ਆਓ। ਜੀਵਨ ਰੂਪੀ ਰਾਤ ਵਿੱਚ ਕਥੂਰੀ ਵੰਡੀ ਜਾ ਰਹੀ। ਕਥੂਰੀ ਸ਼ਬਦ ਬਾਣੀ ਵਿੱਚ ਕਸਤੂਰੀ ਵੀ ਆਇਆ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਕਸਤੂਰੀ ਇੱਕ ਖਾਸ ਕਿਸਮ ਦਾ ਹਿਰਨ, ਹਿਰਨਾਂ ਦੇ ਵਿੱਚੋਂ ਵੀ ਇੱਕ ਖਾਸ ਕਿਸਮ ਦੀ ਜਾਤੀ ਹੈ ਹਿਰਨ। ਉਹਦੀ ਨਾਭੀ ਦੇ ਕੋਲ ਇੱਕ ਗੰਢ ਹੁੰਦੀ, ਜਿਹਦੇ ਚੋਂ ਇੱਕ ਲਿਕੁਇਡ, ਇੱਕ ਦਰਵ ਪਦਾਰਥ ਨਿਕਲਦਾ ਹੈ। ਉਹਨੂੰ ਵੈਦ ਬਹੁਤ ਕੀਮਤੀ ਮੰਨਦੇ ਨੇ ਤੇ ਕਈ ਦਵਾਈਆਂ 'ਚ ਉਹਦੀ ਵਰਤੋਂ ਹੁੰਦੀ। ਉਹਦੀ ਇੱਕ ਸਮੈਲ ਆਉਂਦੀ ਹੈ, ਖਾਸ ਕਿਸਮ ਦੀ ਉਹਦੇ ਵਿੱਚੋਂ ਸਮੈਲ ਨਿਕਲਦੀ ਹੈ। ਕਿ ਉਹ ਜਿਹੜਾ ਹਿਰਨ ਹੈ, ਉਹਨੂੰ ਸਮਝ ਨਹੀਂ ਪੈਂਦੀ ਵੀ ਇਹ ਸਮੈਲ ਤਾਂ ਮੇਰੇ ਆਪਣੇ ਸਰੀਰ 'ਚੋਂ ਨਿਕਲ ਰਹੀ ਹੈ। ਉਹ ਜੰਗਲ 'ਚ ਆਸੇ ਪਾਸੇ ਕਨਫਿਊਜ਼ ਜਿਹਾ ਹੋਇਆ, ਆਸੇ ਪਾਸੇ ਭਾਲਦਾ ਵੀ ਇਹ ਸਮੈਲ, ਖੁਸ਼ਬੂ ਕਿੱਥੋਂ ਆਉਂਦੀ ਹੈ। ਹਾਲਾਂਕਿ ਹੈ ਉਹਦੀ ਬੋਡੀ 'ਚੋਂ ਨਿਕਲਦਾ ਇੱਕ ਦਰਵ ਪਦਾਰਥ। ਉਹਨੂੰ ਕਿਹਾ ਗਿਆ ਹੈ ਕਥੂਰੀ। ਇਹ ਉਦਾਹਰਣ ਐਗਜ਼ੈਂਪਲ ਬਾਣੀ 'ਚ ਇਉਂ ਵਰਤੀ ਗਈ ਹੈ ਵੀ ਸਹਿਜ ਸਬਰ ਸੰਤੋਖ ਟਿਕਾਓ, ਆਤਮਕ ਆਨੰਦ, ਨਾਮ ਅੰਮ੍ਰਿਤ ਸਾਡੇ ਹਿਰਦੇ ਵਿੱਚ ਹੁੰਦਾ, ਪਰ ਆਪਾਂ ਲੱਭਦੇ ਦੂਜਿਆਂ ਕੋਲੋਂ ਹੁੰਦੇ। ਸਾਡੀ ਦਸ਼ਾ ਉਸ ਹਿਰਨ ਵਰਗੀ ਹੁੰਦੀ ਹੈ ਜਿਹਦੇ ਸਰੀਰ 'ਚੋਂ ਕਸਤੂਰੀ ਨਿਕਲ ਰਹੀ ਹੈ, ਪਰ ਉਹ ਲੱਭਦਾ ਆਸੇ ਪਾਸੇ, ਕਨਫਿਊਜ਼ ਹੋਇਆ। ਤੇ ਇੱਥੇ ਕਥੂਰੀ ਦਾ ਮਤਲਬ ਹੈ ਸੁਗੰਧੀ ਵਾਲਾ ਨਾਮ। ਜ਼ਿੰਦਗੀ ਰੂਪੀ ਸਮੇਂ ਵਿੱਚ ਪਰਮੇਸ਼ਰ ਦੇ ਨਾਮ ਦੀ ਦਾਤ ਵੰਡੀ ਜਾ ਰਹੀ ਹੈ। ਨਾਮ ਸਾਡੇ ਅੰਦਰ ਹੈ,
ਰਾਤ ਪਥੂਰੀ ਵੰਡੀਆ ਸੁੱਤਿਆਂ ਮਿਲੇ ਨਾ ਪਾ। ਜਿਹੜੇ ਸੁੱਤੇ ਰਹਿ ਜਾਂਦੇ ਉਹਨਾਂ ਨੂੰ ਇਹ ਦਾਤ ਨਹੀਂ ਮਿਲਣੀ। ਜਿਨ੍ਹਾਂ ਨੈਣ ਨਿੰਦਰਾਵਲੇ, ਜਿਨ੍ਹਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਨੇ, ਜਿਨ੍ਹਾਂ ਨੇ ਘੁੱਟ ਕੇ ਅੱਖਾਂ ਬੰਦ ਕੀਤੀਆਂ ਹੋਈਆਂ, ਤਿੰਨਾਂ ਮਿਲਣ ਕਵਾਓ, ਉਹਨਾਂ ਨੂੰ ਕਿੱਥੋਂ ਮਿਲਣੀ ਹੈ ਦਾਤ। ਜਿਹੜੇ ਜਾਗਣਗੇ, ਜੋ ਜਾਗਨ ਲਹਨ ਸੇ ਸਾਈਂ ਕਰਨੋ ਦਾਤ। ਇਸ ਵਾਸਤੇ ਜਿਹੜੇ ਆਤਮਿਕ ਤੌਰ 'ਤੇ ਸੁਚੇਤ ਹੋ ਕੇ ਇਸ ਚੀਜ਼ ਲਈ ਜਿਗਿਆਸਾ ਰੱਖਣਗੇ, ਉਹ ਆਪਣੇ ਹਿਰਦੇ 'ਚੋਂ ਇਹ ਦਾਤ ਪਾ ਲੈਣਗੇ। ਜਿਨ੍ਹਾਂ ਨੇ ਅੱਖਾਂ ਹੀ ਮੀਟ ਲਈਆਂ ਨੇ ਵੀ ਅਸੀਂ ਸੌਂ ਕੇ ਵਕਤ ਗੁਜ਼ਾਰਨਾ, ਉਹ ਇਹ ਦਾਤ ਹਾਸਲ ਨਹੀਂ ਕਰ ਸਕਣਗੇ। ਗਰੀਬ ਨਵਾਜ ਬਖਸ਼ਿਸ਼ ਕਰਨ। ਅਗਲੇਰੇ ਸ਼ਲੋਕਾਂ ਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਕਰਨ ਦਾ ਯਤਨ ਕਰਾਂਗੇ। ਪਾਤਸ਼ਾਹ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।